ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਅਸੀਂ तमाम ਕੈਨੇਡਾ ਦੀਆਂ ਖਬਰਾਂ ਦੀ ਕਰਾਂਗੇ। 20 ਸਤੰਬਰ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ। ਇਸ ਦੇ ਵਿੱਚ ਕਾਫੀ ਘੱਟ ਸਮਾਂ ਰਹਿ ਗਿਆ। ਅਜਿਹੇ ਦੇ ਵਿੱਚ ਸਿਆਸੀ ਲੀਡਰ ਲਗਾਤਾਰ ਇੱਕ ਦੂਸਰੇ ਦੇ ਉੱਪਰ ਨਿਸ਼ਾਨੇ ਸਾਧਦੇ ਹੋਏ ਦਿਖਾਈ ਦੇ ਰਹੇ ਹਨ। ਗੱਲ ਚੋਣਾਂ ਦੀ ਵੀ ਹੋਵੇਗੀ। ਇਸ ਤੋਂ ਬਾਅਦ ਜਿਹੜੀਆਂ ਹੋਰ तमाम ਵੱਡੀਆਂ ਖਬਰਾਂ ਨੇ ਉਸ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਦੇ ਨਾਲ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ-ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਸੋ ਸਰਗਰਮੀਆਂ ਕਾਫੀ ਜ਼ਿਆਦਾ ਤੇਜ਼ ਹਨ ਕਿਉਂਕਿ ਚੋਣਾਂ ਦੇ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ। ਅਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਬਿਆਨ ਸਾਹਮਣੇ ਆਇਆ, ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਕੰਜ਼ਰਵੇਟਿਵ ਪਾਰਟੀ ਨੂੰ ਸਿਰਫ ਲਿਬਰਲ ਜਿਹੜੇ ਨੇ ਉਹ ਹਰਾ ਸਕਦੇ ਨੇ। ਕਿਸ ਦੇ ਉੱਪਰ ਉਹਨਾਂ ਵੱਲੋਂ ਨਿਸ਼ਾਨਾ ਸਾਧਿਆ ਗਿਆ ਹੈ, ਇਸ ਦਾ ਜਿਹੜਾ ਪ੍ਰਭਾਵ ਹੈ ਕਿਸ ਦੇ ਉੱਪਰ ਪੈਣ ਵਾਲਾ ਹੈ, ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਇਸ ਬਿਆਨ ਨੂੰ? ਜੀ ਬਿਲਕੁਲ ਇੰਦਰਪ੍ਰੀਤ, ਜਿਵੇਂ ਤੁਸੀਂ ਕਿਹਾ ਕਿ ਚੋਣਾਂ ਬਹੁਤ ਨੇੜੇ ਆ ਗਈਆਂ ਨੇ ਔਰ ਅਸੀਂ ਹੁਣ ਕਹਿ ਸਕਦੇ ਹਾਂ ਕਿ ਇਸ ਵਕਤ ਜਿਹੜਾ ਇਲੈਕਸ਼ਨ ਆ ਆਪਣੇ ਅੰਤਮ ਦੌਰ ਦੇ ਵਿੱਚ ਸ਼ਾਮਲ ਹੋ ਚੁੱਕਾ ਹੈ। ਕਿਉਂਕਿ ਅਸੀਂ ਜੇਕਰ ਹੁਣ ਕਹੀਏ ਤਾਂ ਸਿਰਫ ਲੀਡਰਾਂ ਦੇ ਕੋਲ 4 ਦਿਨ ਬਾਕੀ ਬਚੇ ਨੇ ਕਿ ਉਹ ਆਪਣਾ ਪ੍ਰਭਾਵ ਜਿਹੜਾ ਉਹ ਲੋਕਾਂ ਉੱਤੇ, ਵੋਟਰਾਂ ਉੱਤੇ ਪਾ ਸਕਦੇ ਆ। ਕਿਉਂਕਿ ਅੱਜ 15 ਸਤੰਬਰ ਹੋ ਗਈ ਆ, ਅੱਜ ਦਾ ਦਿਨ ਲਗਭਗ ਲੰਘ ਚੁੱਕਾ ਆ। 16, 17, 18 ਤੇ 19 ਜਿਹੜੇ ਆ ਇਹ 4 ਦਿਨ ਇਸ ਵਕਤ ਬਚੇ ਨੇ। ਸੋ 20 ਤਰੀਕ ਨੂੰ ਵੋਟਾਂ ਤਾਂ ਪਾਉਣ ਲੋਕਾਂ ਨੇ ਚਲੇ ਜਾਣਾ। ਸੋ ਇਸ ਤਰੀਕੇ ਨਾਲ ਸਿਰਫ 4 ਦਿਨ ਦੇ ਵਿੱਚ ਹੁਣ ਜਿਹੜਾ ਅਸਰ ਆ ਆਪਣਾ ਦਿਖਾਉਣਾ ਲੀਡਰਾਂ ਨੇ। ਸੋ ਜਿਹੜਾ ਅੱਜ ਜਸਟਿਨ ਟਰੂਡੋ ਦਾ ਬਿਆਨ ਆਇਆ, ਅਸੀਂ ਕਹਿ ਸਕਦੇ ਹਾਂ ਕਿ ਹੁਣ ਲੀਡਰਾਂ ਨੇ ਆਪਣੇ ਭੱਤੇ ਚੋਂ ਅਖੀਰਲੇ ਜਿਹੜੇ ਤੀਰ ਆ ਉਹ ਕੱਢ ਕੇ ਛੱਡਣੇ ਸ਼ੁਰੂ ਕਰ ਦਿੱਤੇ ਆ। ਤੇ ਜੇਕਰ ਤੁਸੀਂ ਜਸਟਿਨ ਟਰੂਡੋ ਦੇ ਅੱਜ ਦੇ ਇਸ ਬਿਆਨ ਦੀ ਗੱਲ ਕਰਦੇ ਹੋ ਕਿ ਉਹਨਾਂ ਨੇ ਇਹ ਕਿਹਾ ਕਿ ਐਰਨ ਅਟੂਲ ਨੂੰ ਜਾਂ ਕੰਜ਼ਰਵੇਟਿਵ ਪਾਰਟੀ ਨੂੰ ਸੱਤਾ 'ਚ ਆਉਣ ਤੋਂ, ਤਾਕਤ 'ਚ ਆਉਣ ਤੋਂ ਸਿਰਫ ਤੇ ਸਿਰਫ ਲਿਬਰਲ ਪਾਰਟੀ ਹੀ ਰੋਕ ਸਕਦੀ ਆ। ਇਹਦੇ ਉੱਤੇ ਉਹਨਾਂ ਦਾ ਸਿੱਧੇ ਤੌਰ ਤੇ ਨਿਸ਼ਾਨਾ ਉਹਨਾਂ ਪਾਰਟੀਆਂ ਤੇ ਆ ਜੋ ਲਿਬਰਲ ਦੀ ਵੋਟ ਤੋੜ ਸਕਦੀਆਂ ਨੇ, ਜਿਹਦੇ ਵਿੱਚ ਪ੍ਰਮੁੱਖ ਤੌਰ ਤੇ 2 ਪਾਰਟੀਆਂ ਦਾ ਨਾਮ ਸਾਹਮਣੇ ਆਉਂਦਾ, NDP ਅਤੇ ਗ੍ਰੀਨ ਪਾਰਟੀ। ਔਰ ਸਭ ਤੋਂ ਮੋਟੇ ਤੌਰ ਤੇ ਅਸੀਂ ਇਹ ਦੇਖਦੇ ਹਾਂ ਕਿ ਜਦੋਂ NDP ਵੱਧ ਗੇਨ ਕਰਦੀ ਆ, ਜੋ ਸਰਵੇ ਵਿੱਚ ਹੁਣ ਤੱਕ ਦੇਖਿਆ ਜੋ ਪਿਛਲੇ ਸਮਿਆਂ ਦੇ ਵਿੱਚ, ਤਾਂ ਉਸ ਦੌਰਾਨ ਜਿਹੜਾ ਵਾ ਲਿਬਰਲ ਪਾਰਟੀ ਨੂੰ ਜ਼ਿਆਦਾ ਨੁਕਸਾਨ ਹੁੰਦਾ ਆ। ਲਿਬਰਲ ਦੀ ਵੋਟ ਟੁੱਟ ਕੇ ਹੀ NDP ਵੱਲ ਜਾਂਦੀ ਆ। ਔਰ ਇਹ ਸ਼ੁਰੂਆਤੀ ਸਰਵੇ ਵਿੱਚ ਵੀ ਜਿਹੜੀਆਂ ਪਹਿਲੀਆਂ 2 ਵੀਕ ਸੀ ਕੰਪੇਨ ਦੀਆਂ, ਉਹ 'ਚ ਸਾਫ਼ ਤੌਰ ਤੇ ਦੇਖਿਆ ਕਿ ਜਿਹੜੀ ਲਿਬਰਲ ਪਾਰਟੀ ਆ ਉਹਦਾ ਵੋਟ ਟੁੱਟ ਕੇ ਜਾਂ ਤਾਂ ਕੰਜ਼ਰਵੇਟਿਵ ਵੱਲ ਜਾ ਰਿਹਾ ਸੀ ਜਾਂ NDP ਵੱਲ ਜਾ ਰਿਹਾ ਸੀ, ਪਰ ਜ਼ਿਆਦਾ ਵੋਟ ਟੁੱਟ ਕੇ ਜਿਹੜਾ ਸੀ ਉਹ NDP ਵੱਲ ਹੀ ਜਾ ਰਿਹਾ ਸੀਗਾ। ਕਿਉਂਕਿ ਇੱਕ ਤਾਂ ਵਿਚਾਰਧਾਰਾ ਦਾ ਕੋਈ ਬਹੁਤਾ ਫਰਕ ਨਹੀਂ ਦੋਨਾਂ ਪਾਰਟੀਆਂ ਦੇ ਵਿੱਚ, ਔਰ ਕਈ ਵਾਰ ਇਹ ਵੀ ਚਰਚਾ ਚੱਲਦੀ ਹੈ ਕਿ ਪਾਲਿਸਿਸ ਵੀ ਇਹਨਾਂ ਦੀਆਂ ਇੱਕੋ ਜਿਹੀਆਂ ਰਹਿੰਦੀਆਂ ਨੇ। ਪਰ ਜਗਮੀਤ ਸਿੰਘ ਜਿਹੜਾ ਉਹ ਆਪਣਾ ਲੀਡਰ ਦੇ ਤੌਰ ਤੇ ਪ੍ਰਭਾਵ ਜ਼ਿਆਦਾ ਬਣਾਉਣ ਦੇ ਵਿੱਚ, ਭਰੋਸਾ ਬਣਾਉਣ ਦੇ ਵਿੱਚ ਲੋਕਾਂ ਦੇ ਵਿੱਚ ਕਾਮਯਾਬ ਹੋ ਰਹੇ ਸੀਗੇ। ਪਰ ਇਸ ਵਕਤ ਜਿਹੜਾ ਇਹ ਜਸਟਿਨ ਟਰੂਡੋ ਨੇ ਬਿਆਨ ਦਿੱਤਾ ਕਿ ਜੇਕਰ ਤੁਸੀਂ ਕੰਜ਼ਰਵੇਟਿਵ ਪਾਰਟੀ ਨੂੰ ਰੋਕਣਾ ਚਾਹੁੰਦੇ ਹੋ ਸੱਤਾ 'ਚ ਆਉਣ ਤੋਂ, ਤਾਂ ਜਿਹੜਾ ਵਾ ਉਹਨਾਂ ਦਾ ਜਿੰਨਾ ਵਿਰੋਧੀ ਵੋਟ ਆ ਜੋ ਇਸ ਵਕਤ ਗ੍ਰੀਨ ਪਾਰਟੀ ਜਾਂ NDP ਪਾਰਟੀ ਵਿੱਚ ਜਾ ਕੇ ਬੈਠਾ ਆ, ਉਹ ਕਹਿੰਦੇ ਆ ਕਿ ਤੁਸੀਂ ਉਹਨਾਂ ਨੂੰ ਛੱਡ ਕੇ ਸਾਡੇ ਵਾਲੇ ਪਾਸੇ ਆਓ। ਜੇਕਰ ਤੁਸੀਂ ਸਾਨੂੰ ਵੋਟ ਕਰੋਗੇ ਫਿਰ ਹੀ ਤੁਹਾਡਾ ਇਹ ਮਕਸਦ ਪੂਰਾ ਹੋਊਗਾ ਕਿ ਜੇਕਰ ਤੁਸੀਂ ਕੰਜ਼ਰਵੇਟਿਵ ਪਾਰਟੀ ਨੂੰ ਸੱਤਾ 'ਚ ਨਹੀਂ ਦੇਖਣਾ ਚਾਹੁੰਦੇ। ਸੋ ਸਿੱਧੇ ਤੌਰ ਤੇ ਇਹਦਾ ਨੁਕਸਾਨ ਜਿਹੜਾ ਵਧੇਰੇ ਤੌਰ ਤੇ NDP ਨੂੰ ਹੋ ਸਕਦਾ ਹੈ ਜੇਕਰ ਜਸਟਿਨ ਟਰੂਡੋ ਦੀ ਇਸ ਗੱਲ ਉੱਤੇ ਲੋਕ ਯਕੀਨ ਕਰਨਗੇ। ਔਰ ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ, ਕਿਉਂਕਿ NDP ਜੋ ਇਸ ਵਕਤ ਅਸੀਂ ਸਰਵੇ ਦੇ ਹਿਸਾਬ ਨਾਲ ਦੇਖੀਏ, ਜਗਮੀਤ ਸਿੰਘ ਇਹ ਕਹਿ ਜ਼ਰੂਰ ਰਹੇ ਆ ਕਿ ਉਹ ਹਾਰ ਨਹੀਂ ਮੰਨਣਗੇ ਅੰਤ ਤੱਕ ਅਤੇ ਉਹ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੀ ਦੌੜ 'ਚ ਸ਼ਾਮਲ ਕਰਕੇ ਬੈਠੇ ਨੇ ਔਰ NDP ਜਿਹੜੀ ਆ ਉਹ ਸਰਕਾਰ ਬਣਾਏਗੀ ਔਰ ਇਸ ਤਰੀਕੇ ਦੇ ਉਹ ਦਾਅਵੇ ਕਰ ਰਹੇ ਨੇ। ਪਰ ਸਰਵੇ ਦੇ ਵਿੱਚ ਇਹ ਸਾਹਮਣੇ ਆ ਰਿਹਾ, ਜੋ ਹੁਣ ਤੱਕ ਜਿਹਦੇ ਆਧਾਰ ਤੇ ਵੱਖ-ਵੱਖ ਚੈਨਲਾਂ ਤੇ ਚਰਚਾ ਚੱਲਦੀ ਆ ਕਿ NDP ਵੱਧ ਤੋਂ ਵੱਧ ਜਿਹੜੀਆਂ ਉਹ ਇਸ ਵਾਰ 30 ਤੋਂ ਲੈ ਕੇ 38 ਤੱਕ ਸੀਟਾਂ ਜਿਹੜੀਆਂ ਉਹ ਜਿੱਤ ਸਕਦੀ ਹੈ। ਕਈ ਵਾਰ 40 ਤੱਕ ਵੀ ਪਹੁੰਚੀਆਂ ਨੇ, ਪਰ ਪਿਛਲੀ ਵਾਰ ਉਹਨਾਂ ਨੇ 24 ਸੀਟਾਂ ਜਿੱਤੀਆਂ ਸੀ। ਸਰਵੇ ਵਿੱਚ ਉਹਨਾਂ ਨੂੰ ਐਕਟੀ 30 ਤੋਂ 40 ਦੇ ਵਿਚਕਾਰ ਜਿਹੜਾ ਉਹ ਦੱਸਿਆ ਜਾ ਰਿਹਾ। ਸੋ ਇਹ ਜਿਹੜਾ ਗੇਨ ਹੋਵੇਗਾ, ਇਹ ਕਿਹਾ ਜਾ ਰਿਹਾ ਕਿ ਇਹ ਉਹਨਾਂ ਵੱਲੋਂ ਲਿਬਰਲ ਪਾਰਟੀ ਨੂੰ ਢਾਹ ਲਾਈ ਜਾ ਸਕਦੀ ਹੈ। ਸੋ ਇਸ ਕਰਕੇ ਅਖੀਰਲੇ ਦਿਨਾਂ ਦੇ ਵਿੱਚ ਜਸਟਿਨ ਟਰੂਡੋ ਜਿਹੜਾ ਵਾ ਕੰਜ਼ਰਵੇਟਿਵ ਵਿਰੋਧੀ ਵੋਟ ਬੈਂਕ ਆ ਉਹ ਸਾਰਾ ਇਕੱਠਾ ਕਰਕੇ ਆਪਣੇ ਹੱਕ ਦੇ ਵਿੱਚ ਭੁਗਤਾਉਣਾ ਚਾਹੁੰਦੇ ਨੇ। ਕਿਉਂਕਿ ਇਹ ਵੀ ਇੱਕ ਹਿੰਟ ਉਹਨਾਂ ਨੇ ਡਿਬੇਟ ਦਿੱਤਾ ਸੀ ਫ੍ਰੈਂਚ ਦੀ ਡਿਬੇਟ ਦੇ ਵਿੱਚ ਕਿ ਜੇਕਰ ਇਸ ਵਾਰ ਫਿਰ ਮਿਨੋਰਟੀ ਗਵਰਨਮੈਂਟ ਬਣਦੀ ਆ ਤਾਂ ਹੋ ਸਕਦਾ ਕਿ ਫਿਰ 2 ਸਾਲ ਬਾਅਦ ਤੁਹਾਨੂੰ ਇਲੈਕਸ਼ਨ ਦਾ ਸਾਹਮਣਾ ਕਰਨਾ ਪਵੇ। ਸੋ ਇਸ ਵਾਰ ਹੁਣ ਦੇਖਦੇ ਆ ਕਿ ਕਿਉਂਕਿ ਫਿਲਹਾਲ ਤਾਂ ਸਰਵੇ ਇਹੀ ਦੱਸ ਰਿਹਾ ਕਿ ਗਵਰਨਮੈਂਟ ਤਾਂ ਮਿਨੋਰਟੀ ਹੀ ਬਣੇਗੀ। ਕੁਝ ਕੁ ਸਰਵੇ ਜਿਹੜੇ ਆ ਉਹ ਮੈਜੋਰਟੀ ਦੇ ਨੇੜੇ ਵੀ ਲੈ ਕੇ ਜਾਂਦੇ ਆ, ਉਹਦੇ ਤੇ ਵੀ ਆਪਾਂ ਚਰਚਾ ਕਰਾਂਗੇ। ਪਰ ਮੋਟੇ ਤੌਰ ਤੇ ਜਿਹੜਾ ਜਸਟਿਨ ਟਰੂਡੋ ਨੇ ਅੱਜ ਅਖੀਰਲਾ
ਬਿਆਨ ਜਿਹੜਾ ਛੱਡਿਆ ਵਾ ਇਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਕਿ ਜੇਕਰ ਤੁਸੀਂ ਸੋਚ ਰਹੇ ਹੋ ਕਿ ਐਨਡੀਪੀ ਨੂੰ ਵੋਟ ਪਾਉਣੀ ਆ ਤਾਂ ਤੁਸੀਂ ਇਹ ਸੋਚ ਲਿਓ ਕਿ ਐਨਡੀਪੀ ਕੋਲੋਂ ਜਿੱਤ ਨਹੀਂ ਹੋਣਾ, ਜਿੱਤਣਾ ਅਸੀਂ ਆ, ਸਾਡਾ ਆਧਾਰਵਾਦ ਆ ਔਰ ਅਸੀਂ ਹੀ ਸੱਤਾ 'ਚ ਆ ਕੇ ਐਨਡੀਪੀ ਨੂੰ ਮਾਫ ਕਰਨਾ ਕੰਜ਼ਰਵੇਟਿਵ ਨੂੰ ਜਿਹੜਾ ਵਾ ਉਹ ਸੱਤਾ 'ਚ ਆਉਣ ਤੋਂ ਰੋਕ ਸਕਦੇ ਆ। ਹਾਲਾਂਕਿ ਪਿਛਲੇ ਸਮਿਆਂ ਦੇ ਵਿੱਚ ਐਨਡੀਪੀ ਅਤੇ ਕੰਜ਼ਰਵੇਟਿਵ ਨੇ ਮਿਲ ਕੇ ਜਿਹੜਾ ਸੀ ਕੰਜ਼ਰਵੇਟਿਵ ਨੂੰ ਰੋਕਿਆ, ਕਿਉਂਕਿ ਮਿਨੋਰਟੀ ਗਵਰਨਮੈਂਟ ਸੀ। ਜਗਮੀਤ ਸਿੰਘ ਵੱਖ-ਵੱਖ ਥਾਵਾਂ ਤੇ ਜਿਹੜਾ ਸੀ ਉਹ ਸਪੋਰਟ ਕਰਦੇ ਵੀ ਰਹੇ ਆ, ਪਰ ਇਸ ਵਾਰ ਜਸਟਿਨ ਟਰੂਡੋ ਕਹਿ ਰਿਹਾ ਕਿ ਉਹਨਾਂ ਨੂੰ ਮੈਜੋਰਟੀ ਸਰਕਾਰ ਚਾਹੀਦੀ ਆ ਤੇ ਉਹੀ ਬਣਾ ਸਕਦੇ ਆ, ਕੰਜ਼ਰਵੇਟਿਵ ਨੂੰ ਉਹੀ ਰੋਕ ਸਕਦੇ ਆ। ਸੋ ਹੁਣ ਦੇਖਣਾ ਕਿ ਇਸ ਬਿਆਨ ਦਾ ਕਿੰਨਾ ਅਸਰ ਹੁੰਦਾ ਆ। 20 ਸਤੰਬਰ ਨੂੰ ਇਹਦਾ ਸਾਫ਼ ਤੌਰ ਤੇ ਪਤਾ ਲੱਗ ਜਾਵੇਗਾ। ਜੀ ਸੋ ਚੋਣਾਂ ਦਾ ਜਿਹੜਾ ਦਿਨ ਹੈ ਉਸ ਦੇ ਵਿੱਚ ਕਾਫੀ ਘੱਟ ਦਿਨ ਰਹਿ ਗਏ ਨੇ। ਜਿਹੜੇ ਲੀਡਰ ਨੇ ਉਹਨਾਂ ਦੇ ਕੋਲ ਵੀ ਬਹੁਤ ਘੱਟ ਸਮਾਂ ਰਹਿ ਗਿਆ ਕਿ ਉਹ ਵੋਟਰਾਂ ਨੂੰ ਕਨਵਿੰਸ ਕਰ ਸਕਣ, ਪਰ ਅਜਿਹੇ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰਨ ਓਟੂਲ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਜੋ ਉਹਨਾਂ ਵੱਲੋਂ ਚੋਣਾਂ ਤੋਂ ਪਹਿਲਾਂ ਇਹ ਬਿਆਨ ਦਿੱਤਾ ਗਿਆ ਆਪਣੀ ਪਾਰਟੀ ਨੂੰ ਲੈ ਕੇ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜੀ ਬਿਲਕੁਲ, ਕਿਉਂਕਿ ਇਸ ਵਕਤ ਮੈਂ ਜਿਵੇਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਲੀਡਰਾਂ ਨੇ ਜਿਹੜੇ ਆਪਣੇ ਭੱਤੇ 'ਚ ਬਚਾ ਕੇ ਰੱਖਿਆ ਸੀ ਹੁਣ ਤੱਕ ਵੱਡੇ ਤੀਰ ਉਹ ਛੱਡਣੇ ਸ਼ੁਰੂ ਕਰ ਦਿੱਤੇ ਆ ਅਖੀਰ ਦੇ ਵਿੱਚ, ਜਿਨ੍ਹਾਂ ਦਾ ਅਸਰ ਵੀ ਇਸ ਵਕਤ ਵੱਧ ਹੋਵੇਗਾ। ਆਪਾਂ ਹੁਣੇ ਜਸਟਿਨ ਟਰੂਡੋ ਹੋਣਾ ਦੀ ਗੱਲ ਕੀਤੀ ਆ, ਐਰਨ ਅਟੂਲ ਹੋਣਾ ਨੇ ਵੀ ਇੱਕ ਬਿਆਨ ਦਿੱਤਾ ਆ, ਕਿਉਂਕਿ ਕੰਜ਼ਰਵੇਟਿਵ ਪਾਰਟੀ ਦੇ ਜਿਹੜਾ ਬਾਰੇ ਕਈ ਲੋਕਾਂ ਦੀਆਂ ਧਾਰਨਾ ਜਿਹੜੀ ਇੱਕ ਪੱਕੀ ਬਣੀ ਹੋਈ ਆ ਕਿ ਇਹਨਾਂ ਦੀ ਪੋਲਿਟਿਕਸ ਬੜੀ ਕੰਜ਼ਰਵੇਟਿਵ ਆ ਔਰ ਇਹ ਜਿਹੜਾ ਵਾ ਇਮੀਗ੍ਰੇਸ਼ਨ ਦੇ ਕਾਫੀ ਵਿਰੋਧ ਵਿੱਚ ਆ। ਔਰ ਖਾਸ ਕਰਕੇ ਜੋ ਇਸ ਵਕਤ ਲਿਬਰਲ ਪਾਰਟੀ ਨੇ ਅਖੀਰਲੇ ਸਮੇਂ ਉੱਤੇ ਗੱਲ ਕੀਤੀ ਸੀ ਕਿ ਔਰਤਾਂ ਨੂੰ ਉਹਨਾਂ ਦੇ ਆਪਣੇ ਹਿਸਾਬ ਨਾਲ ਅਧਿਕਾਰ ਦਿੱਤਾ ਸੀ, ਅਬੋਰਸ਼ਨ ਦੀ ਗੱਲ ਚੱਲਦੀ ਸੀ, ਜਾਂ ਫਿਰ ਅਸੀਂ ਇਹ ਕਹਿ ਲਈਏ ਕਿ ਉੱਥੇ LGBT ਕਮਿਊਨਿਟੀ ਦੀ ਗੱਲ ਚੱਲਦੀ ਸੀ। ਸੋ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕੰਜ਼ਰਵੇਟਿਵ ਨੂੰ ਉਹਨਾਂ ਦੇ ਵਿਰੋਧੀ ਮੰਨਿਆ ਜਾਂਦਾ ਆ। ਸੋ ਕਲਾਈਮੇਟ ਚੇਂਜ ਦੀ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਇਹ ਕਿਹਾ ਜਾਂਦਾ ਕਿ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹ ਬਹੁਤਾ ਇਸ ਖਤਰੇ ਨੂੰ ਨਹੀਂ ਮੰਨਦੀ। ਇਹਦਾ ਜ਼ਿਕਰ ਜਿਹੜਾ ਸੀ ਜਸਟਿਨ ਟਰੂਡੋ ਨੇ ਵੀ ਕੀਤਾ ਸੀ ਕਿ ਅੰਦਰੂਨੀ ਪਾਰਟੀ ਵਿੱਚ ਇਸ ਮੁੱਦੇ ਉੱਤੇ VOTING ਹੋਈ ਸੀ ਤੇ ਉਹਨਾਂ ਨੇ ਮੰਨਣੋਂ ਹੀ ਇਨਕਾਰ ਕਰ ਦਿੱਤਾ ਸੀ ਕਿ ਕਲਾਈਮੇਟ ਚੇਂਜ ਦਾ ਕੋਈ ਖਤਰਾ ਹੈ ਕੈਨੇਡਾ ਤੇ ਜਾਂ ਨਹੀਂ ਹੈ। ਸੋ ਇਸ ਤਰੀਕੇ ਨਾਲ ਜਿਹੜਾ ਸੀ ਅੱਜ ਐਰਨ ਅਟੂਲ ਨੇ ਬਿਆਨ ਦਿੱਤਾ ਆ, ਉਹ ਸ਼ੁਰੂ ਤੋਂ ਇਹ ਗੱਲ ਕਰਦੇ ਆ ਰਹੇ ਨੇ ਕਿ ਜਿਹੜੇ ਪਿਛਲੇ ਲੀਡਰ ਸੀ ਉਹ ਉਹਨਾਂ ਤੋਂ ਵੱਖਰੇ ਨੇ, ਉਹਨਾਂ ਦੀ ਅਪਰੋਚ ਜਿਹੜੀ ਆ ਉਹ ਵੱਖਰੀ ਆ। ਉਹ ਪਹਿਲਾਂ ਵਾਂਗ ਨਾ ਤਾਂ ਇਮੀਗ੍ਰੇਸ਼ਨ ਦੇ ਵਿਰੋਧੀ ਆ, ਹਾਲਾਂਕਿ ਪਹਿਲਾਂ ਵੀ ਇਹ ਮੰਨਿਆ ਜਾਂਦਾ ਕਿ ਉਹਨਾਂ ਦੀ ਇੱਕ ਉਸ ਤਰੀਕੇ ਦੀ ਧਾਰਨਾ ਬਣ ਗਈ ਆ, ਹਾਲਾਂਕਿ ਬਹੁਤ ਉਹਨੇ ਵੀ ਜ਼ਿਆਦਾ ਉਹ ਇਮੀਗ੍ਰੇਸ਼ਨ ਜਿਹੜੇ ਉਹ ਵਿਰੋਧ ਨਹੀਂ ਰਹੇ ਆ। ਉਹਨਾਂ ਦੇ ਕੁਝ ਪਲਾਨ ਲਿਆਂਦੇ ਹੱਲੇ ਵੀ ਲਿਬਰਲ ਸਰਕਾਰ ਦੇ ਵਿੱਚ ਚੱਲ ਰਹੇ ਆ। ਔਰ ਜੇਕਰ ਅਸੀਂ ਗੱਲ ਕਰੀਏ ਤਾਂ ਐਰਨ ਅਟੂਲ ਮੋਟੇ ਤੌਰ ਤੇ ਪ੍ਰਭਾਵ ਇਹ ਦੇਣਾ ਚਾਹੁੰਦੇ ਆ ਕਿ ਸਾਡੇ ਕੋਲੋਂ ਡਰਨ ਦੀ ਲੋੜ ਨਹੀਂ। ਉਹਨਾਂ ਨੇ ਸ਼ਬਦ ਵਰਤਿਆ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਉਹ ਹੁਣ ਜ਼ਿਆਦਾ ਹੁਣ ਪਹਿਲਾਂ ਵਾਂਗ ਜਿਹੜੀ ਡੈਡਸ ਕੰਜ਼ਰਵੇਟਿਵ ਆ ਉਹਨਾਂ ਨੇ ਸ਼ਬਦ ਵਰਤਿਆ ਕਿ ਉਹ ਨਹੀਂ ਰਹੀ ਆ। ਔਰ ਉਹਨਾਂ ਨੇ ਕਿਹਾ ਕਿ ਇਸ ਵਕਤ ਉਹ ਨਵੀਂ ਅਪਰੋਚ ਦੇ ਨਾਲ ਜਿਹੜੇ ਪਿਛਲੇ ਲੀਡਰ ਸੀ ਉਹਨਾਂ ਦੀ ਅਪਰੋਚ ਛੱਡ ਕੇ, ਕਿਉਂਕਿ ਪਿਛਲੇ ਐਂਡਰੂ ਸ਼ੀਰ ਜਿਹੜੇ ਸੀ ਉਹਨਾਂ ਨੇ ਪਿਛਲੀ ਵਾਰ ਕੁਝ ਇਸ ਤਰੀਕੇ ਦੇ ਬਿਆਨ ਦਿੱਤੇ ਸੀ ਕਿ ਇੱਕ ਭਾਈਚਾਰਾ ਉਹਨਾਂ ਨੂੰ ਵੱਖਰਾ ਹੋ ਗਿਆ, ਨੁਕਸਾਨ ਹੋਇਆ। ਸੋ ਐਰਨ ਅਟੂਲ ਕੋਸ਼ਿਸ਼ ਇਹ ਕਰ ਰਹੇ ਨੇ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਔਰ ਇਹ ਪ੍ਰਭਾਵ ਬਣਾ ਰਿਹਾ ਕਿ ਹੁਣ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹਦੀਆਂ ਪਾਲਿਸੀਜ਼ ਉਸ ਤਰੀਕੇ ਦੀਆਂ ਨਹੀਂ ਰਹੀਆਂ ਜਿਨ੍ਹਾਂ ਦਾ ਆਮ ਤੌਰ ਤੇ ਕੁਝ ਲੋਕ ਵਿਰੋਧ ਕਰਦੇ ਸੀਗੇ। ਉਹ ਵੀ ਜਿਹੜਾ ਵਾ ਇਕੋਨਮੀ ਨੂੰ ਅੱਗੇ ਚਲਾਉਣ ਦੇ ਲਈ ਇਮੀਗ੍ਰੇਸ਼ਨ ਦੇ ਸੰਬੰਧੀ ਜਿਹੜਾ ਉਹ ਕਈ ਤਰੀਕੇ ਦੇ ਨਵੇਂ ਸੁਧਾਰ ਕਰਨ ਲਈ ਤਿਆਰ ਆ। ਔਰ ਜਿਹੜੇ ਹੋਰ ਭਾਈਚਾਰੇ ਆ ਖਾਸ ਕਰਕੇ ਅਬੋਰਸ਼ਨ ਦੇ ਮੁੱਦੇ ਉੱਤੇ ਜਾਂ ਹੋਰ ਅਧਿਕਾਰ ਦੇਣ ਲਈ ਵੀ ਉਹ ਤਿਆਰ ਆ। ਸੋ ਇਹ ਸਾਰੇ ਉਹ ਸੁਨੇਹੇ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਸਮੱਸਿਆ ਉੱਥੇ ਇਹਨਾਂ ਨਾਲ ਇੱਕ ਇਹੀ ਆ ਕਿ ਕਲਾਈਮੇਟ ਚੇਂਜ ਦੇ ਮੁੱਦੇ ਉੱਤੇ ਔਰ ਗਨ ਲੌਬੀ ਦੇ ਮੁੱਦੇ ਉੱਤੇ ਜਿਹੜਾ ਸੀ ਤੇ ਵੈਕਸੀਨੇਸ਼ਨ ਦੇ ਮੁੱਦੇ ਉੱਤੇ ਖਾਸ ਕਰਕੇ ਉਹਨਾਂ ਨੂੰ ਨੁਕਸਾਨ ਹੋਇਆ, ਜਿਸ ਤੋਂ ਬਾਅਦ ਦੁਬਾਰਾ ਲਿਬਰਲ ਪਾਰਟੀ ਜਿਹੜੀ ਆ ਸਰਵੇ ਦੇ ਵਿੱਚ ਲੀਡ ਕਰਨੀ ਉਹਨੇ ਦੁਬਾਰਾ ਸ਼ੁਰੂ ਕਰ ਦਿੱਤੀ ਸੀਗੀ। ਹੱਲੇ ਵੀ ਥੋੜੀ ਬਹੁਤ ਕਰ ਰਹੀ ਆ, ਮੁਕਾਬਲਾ ਹੱਲੇ ਵੀ ਫਸਮਾ ਆ, ਪਰ ਐਰਨ ਅਟੂਲ ਜਿਹੜਾ ਵਾ ਇੱਕ ਨਵਾਂ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਨੇ। ਜੀ ਇਹ ਜਿਹੜੇ ਆਖਰੀ ਦਿਨ ਰਹਿ ਜਾਂਦੇ ਨੇ ਚੋਣਾਂ ਦੇ, ਜਿਸ ਦੇ ਵਿੱਚ ਵੋਟਰਾਂ ਨੂੰ ਕਨਵਿੰਸ ਕੀਤਾ ਜਾਣਾ ਹੁੰਦਾ ਹੈ, ਕਾਫੀ ਜ਼ਿਆਦਾ ਖਾਸ ਹੁੰਦੇ ਨੇ। ਪਰ ਅਜਿਹੇ ਦੇ ਵਿੱਚ ਇੱਕ ਸਵਾਲ ਹੋਰ ਵੀ ਹੈ ਕਿ ਜਿਹੜੀ ਪੀਪਲਸ ਪਾਰਟੀ ਆਫ ਕੈਨੇਡਾ ਹੈ ਉਹ ਕਿਸ ਦੀ ਖੇਡ ਖਰਾਬ ਕਰ ਸਕਦੀ ਹੈ? ਜੀ ਬਿਲਕੁਲ, ਪੀਪਲਸ ਪਾਰਟੀ ਆਫ ਕੈਨੇਡਾ ਦੀ ਪਿਛਲੇ ਦਿਨਾਂ ਤੋਂ ਬੜੀ ਚਰਚਾ ਹੋ ਰਹੀ ਆ, ਕਿਉਂਕਿ ਪਿਛਲੀ ਵਾਰ ਉਹਨਾਂ ਨੂੰ ਕੋਈ ਵੀ ਸੀਟ ਨਹੀਂ ਮਿਲੀ ਸੀ ਔਰ ਐਕਟੀ ਉਹਨਾਂ ਨੂੰ ਡਿਬੇਟ ਦੇ ਵਿੱਚ ਵੀ ਥਾਂ ਨਹੀਂ ਮਿਲੀ, ਪਰ ਉਹਨਾਂ ਦਾ ਵੋਟ ਬੈਂਕ ਜਿਹੜਾ ਆ ਉਹ ਕਾਫੀ ਇਸ ਵਕਤ ਪਿਛਲੀ ਵਾਰ ਦੇ ਮੁਕਾਬਲੇ ਵਧਿਆ। ਜੇਕਰ ਅਸੀਂ ਉਹਨਾਂ ਦੇ ਵੋਟ ਸ਼ੇਅਰ ਦੀ ਗੱਲ ਕਰੀਏ ਤਾਂ ਸਰਵੇ ਦੇ ਹਿਸਾਬ ਨਾਲ ਉਹ ਲਗਭਗ ਜਿੰਨੀ ਵੋਟ ਬਲੌਕ ਕਿਊਬਿਕ ਕੁੱਲ ਮਿਲਾ ਕੇ ਲੈ ਕੇ ਜਾਂਦਾ ਉਨੀ ਹੀ ਵੋਟ ਉਹਨਾਂ ਦੀ ਪੂਰੇ ਕੈਨੇਡਾ ਦੇ ਵਿੱਚ ਜਿਹੜੀ ਉਹ ਇਸ ਵਕਤ ਦਿਖਾਈ ਦੇ ਰਹੀ ਆ। ਹਾਲਾਂਕਿ ਜਿਹੜੀ ਬਲੌਕ ਕਿਊਬਿਕ ਦੀ ਉਹ 6.5% ਵੋਟ ਆ
ਉਹ ਇੱਕ ਪ੍ਰੋਵਿੰਸ ਦੇ ਵਿੱਚ ਆ, ਕਿਊਬਕ ਦੇ ਵਿੱਚ ਆ, ਉੱਥੋਂ ਉਹ 32 ਸੀਟਾਂ ਜਿਹੜੀਆਂ ਉਹ ਜਿੱਤਦੇ ਨੇ ਪਿਛਲੀ ਵਾਰੀ। ਇਸ ਵਾਰ ਵੀ ਉਹ 30-32 ਉੱਤੇ ਖੇਡ ਰਹੇ ਨੇ। ਕੁਝ ਸਰਵੇ ਵਿੱਚ ਉਹਨਾਂ ਨੂੰ ਪਹਿਲਾਂ 26 ਦਿਖਾਈਆਂ ਜਾ ਰਹੀਆਂ ਸੀ, ਹੁਣ ਵੀ 30-32 ਜਾਂ 36 ਦੇ ਆਸ-ਪਾਸ ਉਹਨਾਂ ਨੂੰ ਦਿਖਾਈਆਂ ਜਾ ਰਹੀਆਂ ਨੇ। ਔਰ ਇੰਨਾ ਹੀ ਵੋਟ ਬੈਂਕ ਜਿਹੜਾ ਵਾ ਉਹ ਇਸ ਵਕਤ ਪੀਪਲਸ ਪਾਰਟੀ ਆਫ ਦਾ 6.5% ਤੱਕ ਜਿਹੜਾ ਆ ਪੂਰੇ ਕੈਨੇਡਾ ਦੇ ਵਿੱਚ ਆ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੋਟ ਜਿਹੜੀ ਉਹ ਲੈ ਕੇ ਜਾਣਗੇ। ਮੋਟੇ ਤੌਰ ਤੇ ਸਮਝਿਆ ਇਹ ਜਾਂਦਾ ਕਿ ਜਿਹੜੇ ਕੰਜ਼ਰਵੇਟਿਵ ਪਾਰਟੀ ਨਾਲੋਂ ਟੁੱਟ ਕੇ ਹੀ ਲੋਕ ਇਸ ਵਕਤ ਜਿਹੜੇ ਆ ਉਹ ਪੀਪੀਸੀ ਪਾਰਟੀ ਨਾਲ ਜੁੜੇ ਹੋਏ ਆ, ਜਿਸ 'ਚ ਮੋਟੇ ਤੌਰ ਤੇ ਇਸ ਵਕਤ ਇਹਦਾ ਆਧਾਰ ਇਸ ਕਰਕੇ ਵੱਧ ਗਿਆ ਕਿ ਜਿੰਨੇ ਵੀ ਐਂਟੀ ਵੈਕਸੀਨ ਲੋਕ ਆ ਉਹ ਸਾਰੇ ਹੀ ਜਾ ਕੇ ਪੀਪਲਸ ਪਾਰਟੀ ਆਫ ਕੈਨੇਡਾ ਨਾਲ ਜੁੜੇ ਨੇ, ਕਿਉਂਕਿ ਇਸ ਪਾਰਟੀ ਨੇ ਇਹ ਸਟੈਂਡ ਲਿਆ ਕਿ ਉਹ ਵੈਕਸੀਨ ਦੇ ਖਿਲਾਫ ਨੇ। ਸੋ ਇਸ ਕਰਕੇ ਜੇ ਕਿਸੇ ਦੀ ਖੇਡ ਇਹਨਾਂ ਨੇ ਸਵਾਰੀ ਤਾਂ ਉਹ ਜਸਟਿਨ ਟਰੂਡੋ ਦੀ ਖੇਡ ਸਵਾਰਨਗੇ, ਕਿਉਂਕਿ ਜੇਕਰ ਕੰਜ਼ਰਵੇਟਿਵ ਨੂੰ ਇਹ ਨੁਕਸਾਨ ਪਹੁੰਚਾਉਂਦੇ ਆ ਤਾਂ ਸਿੱਧੇ ਤੌਰ ਤੇ ਉਹਦਾ ਫਾਇਦਾ ਜਿਹੜਾ ਆ ਜਸਟਿਨ ਟਰੂਡੋ ਨੂੰ ਹੋਵੇਗਾ, ਲਿਬਰਲ ਪਾਰਟੀ ਨੂੰ ਹੋਵੇਗਾ। ਕਿਉਂਕਿ ਜੇਕਰ ਇਹਨਾਂ ਨੇ ਕਈ ਸੀਟਾਂ ਉੱਤੇ ਅਸਰ ਪਾਇਆ ਤਾਂ ਉਹ ਕੰਜ਼ਰਵੇਟਿਵ ਜੇ ਵੋਟ ਤੋੜ ਕੇ ਪਾਉਣਗੇ, ਉਹਨਾਂ ਦੇ ਉਮੀਦਵਾਰ ਕੁਝ ਹਰਾ ਸਕਦੇ ਆ, ਕੁਝ ਹਲਕਿਆਂ 'ਚ ਕਲੋਜ਼ ਗੇਮ ਇਹਨਾਂ ਕਰਕੇ ਰਹਿ ਸਕਦੀ ਆ, ਲਿਬਰਲ ਨੂੰ ਫਾਇਦਾ ਹੋ ਸਕਦਾ ਆ। ਔਰ ਇਸ ਵਕਤ ਇਹ ਨਜ਼ਰ ਵੀ ਆ ਰਿਹਾ ਕਿ ਕੰਜ਼ਰਵੇਟਿਵ ਨੂੰ ਇਹ ਪੀਪਲਸ ਪਾਰਟੀ ਆਫ ਜਿਹੜੀ ਸੱਤਾ 'ਚੋਂ ਬਾਹਰ ਰੱਖ ਸਕਦੀ ਹੈ, ਤੇ ਜਿਹੜੀ ਸਭ ਤੋਂ ਕੱਟੜ ਪਾਰਟੀ ਵਿਰੋਧੀ ਆ, ਸਭ ਤੋਂ ਵੱਧ ਵਿਰੋਧੀ ਉਹ ਜਸਟਿਨ ਟਰੂਡੋ ਦੇ ਨੇ, ਔਰ ਉਹਨਾਂ ਨੂੰ ਹੀ ਇਹਦਾ ਫਾਇਦਾ ਹੋ ਸਕਦਾ ਹੈ। ਜੀ ਬਿਲਕੁਲ। ਅੱਛਾ, ਇਸ ਤੋਂ ਬਾਅਦ ਜਿਹੜੀ ਗੱਲ ਕਰਦੇ ਹਾਂ ਅਸੀਂ ਸਰਵੇ ਦੀ, ਵੈਸੇ ਤਾਂ ਰੋਜ਼ਾਨਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਰਵੇ ਦੇ ਉੱਪਰ ਵੀ ਗੱਲ ਕਰਦੇ ਹਾਂ, ਵਿਚਾਰ ਤੁਹਾਡੇ ਤੋਂ ਇਸ ਬਾਰੇ ਹਾਸਲ ਕਰਦੇ ਹਾਂ। ਤੇ ਹੁਣ ਜਿਹੜੇ ਚੋਣਾਂ ਤੋਂ ਪਹਿਲਾਂ ਇਹ ਸਰਵੇ ਸਾਹਮਣੇ ਆ ਰਹੇ ਨੇ, ਇਸ ਦੇ ਵਿੱਚ ਕੀ ਸਥਿਤੀ ਬਣੀ ਹੋਈ ਹੈ, ਕਿਹੜੀ ਪਾਰਟੀ ਨੂੰ ਕਿੰਨੀ ਸਪੋਰਟ ਮਿਲ ਰਹੀ ਹੈ? ਜੀ ਬਿਲਕੁਲ, ਲਗਾਤਾਰ ਜਿਹੜੇ ਉਹ ਸਰਵੇ ਜਿਹੜੇ ਆ ਹਰ ਰੋਜ਼ ਅਪਡੇਟ ਹੁੰਦੇ ਨੇ। ਔਰ ਇਸ ਵਕਤ ਹੁਣ ਜਦੋਂ ਸਿਰਫ 4-5 ਦਿਨ ਬਾਕੀ ਨੇ ਤਾਂ ਸਭ ਦੀ ਨਜ਼ਰ ਟਿਕੀ ਹੋਈ ਆ ਕਿਹੜੀ ਪਾਰਟੀ ਅੱਗੇ, ਕਿਉਂਕਿ ਹੁਣ ਇਹ ਵੀ ਸੰਭਾਵਨਾ ਹੈ ਕਿ ਬਹੁਤੀ ਹਵਾ ਚੇਂਜ ਹੋਣ ਦੀ ਸੰਭਾਵਨਾ ਨਹੀਂ ਆ। ਔਰ ਬਹੁਤੇ ਸਰਵੇਆਂ ਦੇ ਵਿੱਚ ਇਸ ਵਕਤ ਫਸਵਾਂ ਮੁਕਾਬਲਾ ਦਿਖਾਇਆ ਜਾ ਰਿਹਾ। ਸੋ 2-3% ਇਹ ਅਕਸਰ ਕਿਹਾ ਜਾਂਦਾ ਕਿ ਵੋਟ ਅੱਗੇ ਪਿੱਛੇ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਬਣੀ ਰਹਿੰਦੀ ਆ। ਸੋ ਜੇਕਰ ਅਸੀਂ ਇਸ ਵਕਤ ਸਭ ਤੋਂ ਪਹਿਲਾਂ ਅਸੀਂ ਦਰਸ਼ਕਾਂ ਨਾਲ ਸਾਂਝੀ ਕਰਦੇ ਹੁੰਦੇ ਆ ਕਿ ਇੱਕ 338 canada.com ਏਜੰਸੀ ਦੇ ਹਵਾਲੇ ਨਾਲ, ਕਿਉਂਕਿ ਇਹਨਾਂ ਦੇ ਸਰਵੇ ਜਿਹੜੇ ਆ ਪਿਛਲੀ ਵਾਰ ਕਾਫੀ ਕਲੋਜ਼ ਰਹੇ ਸੀ। ਸੋ ਉਹਨਾਂ ਦੇ ਮੁਤਾਬਕ ਇਸ ਵਕਤ ਵੀ ਲਿਬਰਲ ਪਾਰਟੀ ਜਿਹੜੀ ਆ ਉਹ ਲੀਡ ਕਰ ਰਹੀ ਆ। ਇਸ ਵਕਤ ਜੇਕਰ ਅਸੀਂ ਵੋਟ ਸ਼ੇਅਰ ਦੀ ਗੱਲ ਕਰੀਏ ਤਾਂ 32% ਕੁੱਲ ਮਿਲਾ ਕੇ ਵੋਟ ਜਿਹੜਾ ਵਾ ਉਹ ਇਹ ਮਿਲਦਾ ਲਿਬਰਲ ਪਾਰਟੀ ਨੂੰ ਦਿਖਾਈ ਦੇ ਰਿਹਾ, ਜਦਕਿ CPC ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹ ਇਸ ਵਕਤ ਘਟ ਕੇ 31.7% ਉੱਤੇ ਜਿਹੜੀ ਆ ਗਈ ਆ। NDP 18.9%, ਬਲਾਕ ਕਿਊਬਕ 6.9 ਅਤੇ PPC 6.1% ਉੱਤੇ ਆ, ਤੇ ਗ੍ਰੀਨ ਪਾਰਟੀ ਨੂੰ ਕਾਫੀ ਖੋਰਾ ਲੱਗਾ ਆ, ਤੇ ਇਹ ਇਸ ਵਕਤ ਜਿਹੜੇ ਆ 3.3% ਉੱਤੇ ਬੈਠੇ ਨੇ। ਔਰ ਜੇਕਰ ਅਸੀਂ ਸੀਟ ਪ੍ਰੋਜੈਕਸ਼ਨ ਦੀ ਗੱਲ ਕਰੀਏ ਤਾਂ ਸੀਟ ਪ੍ਰੋਜੈਕਸ਼ਨ ਦੇ ਵਿੱਚ ਲਿਬਰਲ ਪਾਰਟੀ ਨੂੰ 146 ਸੀਟਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ। ਪਿਛਲੀ ਚੋਣਾਂ ਦੇ ਵਿੱਚ ਜੇਕਰ ਅਸੀਂ ਇਹਨਾਂ ਦਾ ਅਖੀਰਲਾ ਸਰਵੇ ਦੇਖੀਏ ਤਾਂ ਇਹ 142 ਸੀਟਾਂ ਜਿਹੜੀਆਂ ਸੀ ਉਹ ਲਿਬਰਲ ਪਾਰਟੀ ਨੂੰ ਦੇ ਰਹੇ ਸੀਗੇ, 157 ਉਹਨਾਂ ਨੂੰ ਮਿਲੀਆਂ ਸੀ। ਐਤਕੀ ਇਹ 4 ਦਿਨ ਪਹਿਲਾਂ ਤੱਕ 146 ਸੀਟਾਂ ਦੇ ਰਹੇ ਨੇ। ਸੋ ਦੇਖਦੇ ਹਾਂ ਕਿ ਅਖੀਰਲਾ ਸਰਵੇ ਇਹਨਾਂ ਦਾ ਕੀ ਹੋਊਗਾ, ਤੇ ਉਸ ਤੋਂ ਵਿਅਕਤੀ ਸੀਟਾਂ ਵਧਣਗੀਆਂ ਜਾਂ ਘਟਣਗੀਆਂ। ਥੋੜਾ ਬਹੁਤਾ ਉੱਤਰ ਥੱਲੇ ਜ਼ਰੂਰ ਹੁੰਦਾ ਆ, ਪਰ ਜ਼ਿਆਦਾ ਹੋਣ ਦੀ ਸੰਭਾਵਨਾ ਨਹੀਂ ਆ। ਕੰਜ਼ਰਵੇਟਿਵ ਪਾਰਟੀ ਜਿਹੜੀ 126 ਸੀਟਾਂ ਉੱਤੇ ਜਿੱਦੀ ਦਿਖਾਈ ਦੇ ਰਹੀ ਹੈ, ਪਿਛਲੀ ਵਾਰ ਉਹਨਾਂ ਨੂੰ 121 ਮਿਲੀਆਂ ਸੀ। NDP ਇਸ ਵਾਰ 33 ਸੀਟਾਂ ਜਿੱਦੀ ਦਿਖਾਈ ਦੇ ਰਹੀ ਆ, ਪਿਛਲੀ ਵਾਰ 24 ਜਿੱਤੀਆਂ ਸੀ। ਬਲਾਕ ਕਿਊਬਕ 31 ਸੀਟਾਂ ਜਿੱਦੀ ਦਿਖਾਈ ਦੇ ਰਹੀ ਆ, ਪਿਛਲੀ ਵਾਰ ਇਹਨਾਂ ਨੇ 32 ਜਿੱਤੀਆਂ ਸੀ। ਤੇ ਗ੍ਰੀਨ ਪਾਰਟੀ ਵੀ 2 ਸੀਟਾਂ ਜਿੱਤ ਸਕਦੀ ਆ, ਤੇ PPC ਨੂੰ ਪਿਛਲੀ ਵਾਰ ਵੀ ਕੋਈ ਸੀਟ ਨਹੀਂ ਮਿਲੀ ਸੀ, ਐਤਕੀ ਵੀ ਕੋਈ ਸੀਟ ਨਹੀਂ ਮਿਲ ਰਹੀ ਆ, ਪਰ ਵੋਟ ਸ਼ੇਅਰ ਇਹਨਾਂ ਦਾ ਵੱਧ ਕੇ 6.5% ਹੋ ਗਿਆ। ਇਹਦੇ ਨਾਲ ਹੀ ਇੱਕ ਹੋਰ ਅਦਾਰਾ ਆ CBC ਪੋਲ ਟਰੈਕਰ, ਜੇਕਰ ਉਹਦੀ ਗੱਲ ਕਰੀਏ ਤਾਂ ਉਹਦੇ ਵੱਲੋਂ 51 ਸੀਟਾਂ ਜਿਹੜੀਆਂ ਲਿਬਰਲ ਪਾਰਟੀ ਨੂੰ ਦਿੱਤੀਆਂ ਜਾ ਰਹੀਆਂ ਨੇ। 120 ਸੀਟਾਂ ਕੰਜ਼ਰਵੇਟਿਵ, 36 ਸੀਟਾਂ ਇਹਨਾਂ ਵੱਲੋਂ NDP ਅਤੇ 30 ਸੀਟਾਂ ਬਲਾਕ ਕਿਊਬਕ ਨੂੰ, ਤੇ ਇਹਨਾਂ ਵੱਲੋਂ 1 ਸੀਟ ਗ੍ਰੀਨ ਪਾਰਟੀ ਨੂੰ ਦਿੱਤੀ ਜਾ ਰਹੀ ਹੈ, ਜੋ ਕਿ ਬ੍ਰਿਟਿਸ਼ ਕੋਲੰਬੀਆ ਚੋਂ ਆ ਸਕਦੀ ਆ। ਔਰ ਜੇਕਰ ਵੋਟ ਸ਼ੇਅਰ ਦੀ ਗੱਲ ਕਰੀਏ ਤਾਂ ਲਿਬਰਲ ਪਾਰਟੀ ਵੀ ਇੱਥੇ ਅੱਗੇ ਨਜ਼ਰ ਆ ਰਹੀ ਹੈ। ਇਹਨਾਂ ਦੇ ਸਰਵੇ ਵਿੱਚ ਵੀ 31.6% ਉੱਤੇ ਲਿਬਰਲ ਅਤੇ 31.3% ਉੱਤੇ ਜਿਹੜੀ ਇਸ ਵਕਤ ਕੰਜ਼ਰਵੇਟਿਵ ਜਿਹੜੀ ਨਜ਼ਰ ਆ ਰਹੀ ਆ। ਬਹੁਤ ਹੀ ਕਲੋਜ਼ ਅਸੀਂ ਕਹਿ ਸਕਦੇ ਹਾਂ ਕਿ 0.3% ਦਾ ਜੇਕਰ ਅਸੀਂ ਇੱਕ ਫਰਕ ਇਸ ਵਕਤ ਨਜ਼ਰ ਆ ਰਿਹਾ। ਔਰ ਇਹਦੇ ਨਾਲ ਹੀ ਜੇਕਰ ਅਸੀਂ ਇੱਕ ਹੋਰ ਏਜੰਸੀ ਆ ਜੋ ਕਿ ਸਿਰਫ ਸਰਵੇ ਕਰਦੀ ਆ, ਮੇਨ ਸਟਰੀਟ ਰਿਸਰਚ ਸਰਵੇ,
ਉਹਨਾਂ ਦੀ ਪ੍ਰੋਜੈਕਸ਼ਨ ਦੇ ਵਿੱਚ ਕਾਫੀ ਉੱਤੇ ਥੱਲੇ ਹੋ ਰਿਹਾ ਵਾ। ਪਿਛਲੇ ਦਿਨੀ ਜਦੋਂ ਅਸੀਂ ਸਰਵੇ ਪਿਛਲੇ ਹਫਤੇ ਸਾਂਝਾ ਕੀਤਾ ਸੀ ਤਾਂ ਇਹ 169 ਸੀਟਾਂ ਜਿਹੜੀਆਂ ਆ ਲਿਬਰਲ ਪਾਰਟੀ ਨੂੰ ਦੇ ਰਹੇ ਸੀ। ਅੱਜ ਇਹਨਾਂ ਵੱਲੋਂ 160 ਸੀਟਾਂ ਦਿੱਤੀਆਂ ਜਾ ਰਹੀਆਂ ਨੇ, ਜੋ ਕਿ ਪਿਛਲੀ ਵਾਰ ਨਾਲੋਂ 3 ਸੀਟਾਂ ਜ਼ਿਆਦਾ ਨੇ। 116 ਸੀਟਾਂ ਇਹਨਾਂ ਵੱਲੋਂ ਕੰਜ਼ਰਵੇਟਿਵ ਤੇ ਐਨਡੀਪੀ ਨੂੰ ਸਿਰਫ 27 ਸੀਟਾਂ, 3 ਸੀਟਾਂ ਇਹਨਾਂ ਵੱਲੋਂ ਗ੍ਰੀਨ ਪਾਰਟੀ ਨੂੰ ਤੇ ਬਲਾਕ ਕਿਊਬਕ ਨੂੰ 32 ਸੀਟਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ। ਜੀ ਬਿਲਕੁਲ। ਅੱਛਾ, ਗੱਲ ਹੁਣ ਅਸੀਂ ਸਿਆਸਤ ਤੋਂ ਥੋੜੀ ਜੀ ਹਟ ਕੇ ਕਰਦੇ ਹਾਂ। ਐਲਬਰਟਾ ਦੇ ਵਿੱਚ ਜੋ ਕਰੋਨਾ ਵਾਇਰਸ ਦੇ ਹਾਲਾਤ ਬਣੇ ਹੋਏ ਨੇ ਤੇ ਜੋ ਉੱਥੇ ਇਸ ਦੇ ਵਾਸਤੇ ਜਿਹੜਾ ਹੈ ਜ਼ਿੰਮੇਵਾਰ ਸਰਕਾਰ ਨੂੰ ਠਹਿਰਾਇਆ ਜਾ ਰਿਹਾ ਹੈ। ਨਾਲ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੁਣ ਪ੍ਰੋਵਿੰਸ ਦੇ ਵਿੱਚ ਵੈਕਸੀਨੇਸ਼ਨ ਪਾਸਪੋਰਟ ਸਿਸਟਮ ਲਾਗੂ ਕੀਤਾ ਜਾਣਾ ਚਾਹੀਦਾ ਹੈ, ਪਰ ਬਗਾਵਤ ਇੱਥੇ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਪ੍ਰੀਮੀਅਰ ਜੇਸਨ ਕੈਨੀ ਨੂੰ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਇਹਨਾਂ ਹਾਲਾਤਾਂ ਨੂੰ ਠੀਕ ਤਰ੍ਹਾਂ ਦੇ ਨਾਲ ਕੰਟਰੋਲ ਨਹੀਂ ਕੀਤਾ ਗਿਆ। ਐਲਬਰਟਾ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਤੇ ਦੂਜੇ ਪਾਸੇ ਵੈਕਸੀਨ ਪਾਸਪੋਰਟ ਸਿਸਟਮ ਲਾਗੂ ਨਾ ਕੀਤਾ ਜਾਣਾ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ, ਕਿਉਂਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਅਲਬਰਟਾ ਦੀ ਗੱਲ ਕਰਦੇ ਨਜ਼ਰ ਆ ਰਹੇ ਹਾਂ ਔਰ ਕਿਉਂਕਿ ਉੱਥੇ ਲਗਾਤਾਰ ਆਵਾਜ਼ਾਂ ਉੱਠ ਰਹੀਆਂ ਨੇ। ਇਸ ਵਕਤ ਹਾਲਾਤ ਵਿਗੜੇ ਹੋਏ ਨੇ, ਖਾਸ ਕਰਕੇ ਕਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਨੇ ਔਰ ਹਸਪਤਾਲਾਂ ਦੇ ਵਿੱਚ ਲੋਕ ਕਾਫੀ ਭਰਤੀ ਨੇ ਔਰ ਇਹ ਸੰਕਟ ਪੈਦਾ ਹੋ ਸਕਦਾ ਕਿ ਕਿਸੇ ਵੇਲੇ ਔਰ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਜਿੰਨੇ ਸੂਬੇ ਕੋਲ ਜਿੰਨੇ ਸੂਬੇ ਦੇ ਹਸਪਤਾਲਾਂ ਦੇ ਵਿੱਚ ICU ਦੇ ਬੈੱਡ ਨੇ ਉਤੋਂ ਕਿਤੇ ਵੱਧ ਪੇਸ਼ੈਂਟ ਜਿਹੜੇ ਆ ਉਹ ਆ ਸਕਦੇ ਨੇ। ਸੋ ਇਸ ਕਰਕੇ ਇਸ ਵਕਤ ਪਹਿਲਾਂ ਤਾਂ ਅਸੀਂ ਦੇਖਿਆ ਕਿ ਸਿਰਫ ਸਿਹਤ ਅਧਿਕਾਰੀ ਕਹਿ ਰਹੇ ਸੀ ਕਿ ਪ੍ਰੂਫ ਆਫ ਵੈਕਸੀਨੇਸ਼ਨ ਵਰਗਾ ਕੁਝ ਕਰਨਾ ਚਾਹੀਦਾ ਆ, ਕੁਝ ਸਖਤੀ ਕਰਨੀ ਚਾਹੀਦੀ ਆ, ਪਰ ਜੇਸਨ ਕੈਨੀ ਨਹੀਂ ਮੰਨੇ। ਫਿਰ 10 ਮੇਅਰ ਜਿਹੜੇ ਉਹ ਚਿੱਠੀ ਲਿਖਦੇ ਆ ਵੀ ਪ੍ਰੂਫ ਆਫ ਵੈਕਸੀਨੇਸ਼ਨ ਲਾਗੂ ਕਰੋ, ਫਿਰ ਵੀ ਜੇਸਨ ਕੈਨੀ ਦਾ ਕੋਈ ਜਵਾਬ ਨਹੀਂ ਆਇਆ। ਉਸ ਤੋਂ ਬਾਅਦ ਕੁਝ ਯੂਨੀਵਰਸਿਟੀਆਂ ਨੇ 9 ਦੇ ਕਰੀਬ ਆਪਣੇ ਤੌਰ ਤੇ ਕਹਿ ਦਿੱਤਾ ਕਿ ਸਾਨੂੰ ਜਿਹੜਾ ਪ੍ਰੂਫ ਆਫ ਵੈਕਸੀਨੇਸ਼ਨ ਜਿਹੜਾ ਉਹ ਦੇਣਾ ਪਏਗਾ, ਫਿਰ ਤੁਹਾਡਾ ਦਾਖਲਾ ਹੋਵੇਗਾ। ਮਤਲਬ ਕਿ ਆਪਣੇ ਤੌਰ ਤੇ ਉਹਨਾਂ ਨੇ ਅਲਬਰਟਾ 'ਚ ਲਾਗੂ ਕਰ ਦਿੱਤਾ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ। ਫਿਰ ਵੀ ਜੇਸਨ ਕੈਨੀ ਦਾ ਕੋਈ ਹੁੰਗਾਰਾ ਨਹੀਂ ਭਰਿਆ ਉਹਨਾਂ ਨੇ। ਇਸ ਤੋਂ ਬਾਅਦ ਐਡਮਿੰਟਨ ਸ਼ਹਿਰ ਨੇ ਵੀ ਆਪਣੇ ਤੌਰ ਤੇ ਕਹਿ ਦਿੱਤਾ ਕਿ ਅਸੀਂ ਪ੍ਰੂਫ ਆਫ ਵੈਕਸੀਨੇਸ਼ਨ ਲਾਗੂ ਨਹੀਂ ਕਰਾਂਗੇ। ਫਿਰ ਵੀ ਜੇਸਨ ਕੈਨੀ ਜਿਹੜੇ ਉਹ ਨਹੀਂ ਬੋਲੇ, ਪਰ ਹੁਣ ਉਹਨਾਂ ਦੀ ਪਾਰਟੀ ਦੇ ਇੱਕ ਵਿਧਾਇਕ ਜਿਹੜੇ ਨੇ ਲੀਲਾ ਹੀਰ ਜਿਹੜੇ ਆ ਉਹ ਬੋਲੇ ਨੇ, ਜੋ ਕਿ ਇਸ ਵਕਤ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਉਹਨਾਂ ਨੇ ਜਿਹੜੀ ਬਣਾਈ ਸੀ ਅਲਬਰਟਾ ਦੇ ਵਿੱਚ ਚੋਣ ਲੜਨ ਦੇ ਲਈ, ਉਹਦੇ ਵਿਧਾਇਕ ਨੇ ਕੈਨੀ ਨੂੰ ਜਿਹੜਾ ਉਹ ਜਵਾਬਦੇਹ ਹੋਣਾ ਚਾਹੀਦਾ ਆ ਔਰ ਉਹਨਾਂ ਨੂੰ ਇਹ ਮੰਨਣਾ ਚਾਹੀਦਾ ਆ ਕਿ ਉਹਨਾਂ ਵੱਲੋਂ ਜਿਹੜੀ ਆ ਇਸ ਪੈਂਡੇਮਿਕ ਨੂੰ, ਇਸ ਮਹਾਮਾਰੀ ਨੂੰ ਠੀਕ ਤਰੀਕੇ ਨਾਲ ਹੈਂਡਲ ਜਿਹੜਾ ਨਹੀਂ ਕੀਤਾ ਜਾ ਰਿਹਾ ਔਰ ਸੂਬੇ ਦੇ ਹਾਲਾਤ ਵਿਗੜ ਰਹੇ ਨੇ। ਸੋ ਇਸ ਵਕਤ ਉਹਨਾਂ ਦੇ ਇੱਕ ਵਿਧਾਇਕ ਬੋਲੇ ਨੇ ਔਰ ਹੋ ਸਕਦਾ ਕਿ ਆਉਣ ਵਾਲੇ ਵੇਲੇ 'ਚ ਕੁਝ ਹੋਰ ਵਿਧਾਇਕ ਵੀ ਬੋਲਣ। ਸੋ ਹੁਣ ਦੇਖਦੇ ਆ ਕਿ ਜੇਸਨ ਕੈਨੀ ਕੀ ਕਰਦੇ ਨੇ। ਪ੍ਰੂਫ ਆਫ ਵੈਕਸੀਨੇਸ਼ਨ ਵਾਲੇ ਮੁੱਦੇ ਵੱਲ ਜਾਂਦੇ ਨੇ, ਕੁਝ ਹੋਰ ਸਖਤ ਪਾਬੰਦੀਆਂ ਅਲਬਰਟਾ ਦੇ ਵਿੱਚ ਲਾਈਆਂ ਜਾਂਦੀਆਂ ਨੇ ਜਾਂ ਨਹੀਂ ਲਾਈ ਜਾਂਦੀਆਂ ਨੇ, ਕਿਉਂਕਿ ਡਾਕਟਰ ਬਹੁਤ ਪਰੇਸ਼ਾਨ ਨੇ, ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਵੀ। ਉਸ ਤੋਂ ਬਾਅਦ ਜੇਕਰ ਬੈੱਡਾਂ ਦੀ ਕਮੀ ਆ ਗਈ ਹਸਪਤਾਲਾਂ ਦੇ ਵਿੱਚ ਤਾਂ ਉਹਨਾਂ ਨੂੰ ਇਹ ਵੀ ਮੁਸ਼ਕਲ ਹੋਵੇਗੀ ਕਿ ਕਿਹਨੂੰ ਸਹੂਲਤ ICU ਦੀ ਦਿੱਤੀ ਜਾਵੇ, ਕਿਹਨੂੰ ਵੈਂਟੀਲੇਟਰ ਦਿੱਤਾ ਜਾਵੇ, ਕਿਹਨੂੰ ਨਾ ਦਿੱਤਾ ਜਾਵੇ। ਇੱਦਾਂ ਦੀਆਂ ਅਸੀਂ ਦੇਖਿਆ ਕਿ ਕਈ ਮੁਲਕਾਂ ਦੇ ਵਿੱਚ ਜਦੋਂ ਇਦਾਂ ਦੀ ਸਥਿਤੀ ਆਈ ਤਾਂ ਫਿਰ ਤੁਹਾਨੂੰ ਇੱਕ ਚੂਜ਼ ਕਰਨਾ ਪੈਂਦਾ ਆ ਔਰ ਇੱਥੋਂ ਤੱਕ ਵੀ ਫਿਰ ਨੀਤੀ ਅਪਣਾਈ ਜਾਂਦੀ ਆ ਕਿ ਜਿਹੜੇ ਬਜ਼ੁਰਗ ਲੋਕ ਹੁੰਦੇ ਨੇ ਉਹਨਾਂ ਨੂੰ ਜਿਹੜਾ ਵਾ ਕਹਿ ਦਿੱਤਾ ਜਾਂਦਾ ਹੈ ਕਿ ਅਸੀਂ ਨੌਜਵਾਨਾਂ ਨੂੰ ਤਰਜੀਹ ਦੇ ਰਹੇ ਹਾਂ, ਸੋ ਬਜ਼ੁਰਗਾਂ ਨੂੰ ਪਿੱਛੇ ਕਰ ਦਿੱਤਾ ਜਾਂਦਾ, ਉਹਨਾਂ ਨੂੰ ਫਿਰ ਵੈਂਟੀਲੇਟਰ ਤੇ ਨਹੀਂ ਪਾਇਆ ਜਾਂਦਾ। ਸੋ ਇਸ ਕਰਕੇ ਕਹਿੰਦੇ ਇਹੋ ਜਿਹੀ ਸਥਿਤੀ ਨਾ ਆਵੇ, ਕੁਝ ਨਾ ਕੁਝ ਜਿਹੜਾ ਸਖਤ ਕਦਮ ਜਿਹੜੇ ਆ ਉਹਨਾਂ ਨੂੰ ਚੁੱਕਣੇ ਚਾਹੀਦੇ ਨੇ। ਜੀ, ਬ੍ਰਿਟਿਸ਼ ਕੋਲੰਬੀਆ ਦੀ ਵੀ ਗੱਲ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਕੋਵਿਡ ਅਪਡੇਟ ਜੋ ਆ ਰਹੀ ਹੈ ਉਸ ਦੇ ਵਿੱਚ ਕੀ ਕੁਝ ਪਤਾ ਲੱਗ ਰਿਹਾ ਹੈ? ਜੀ ਬਿਲਕੁਲ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੱਲੇ ਵੀ ਜੇਕਰ ਅਸੀਂ ਕਹੀਏ ਤਾਂ ਤਾਜ਼ਾ ਅਪਡੇਟ ਅਸੀਂ ਇਸ ਵਕਤ ਦਰਸ਼ਕਾਂ ਨਾਲ ਸਾਂਝੀ ਕਰਾਂਗੇ, ਪਰ ਇੰਨਾ ਜ਼ਰੂਰੀ ਹੈ ਕਿ ਕੇਸ ਜਿਹੜੇ ਉਹ ਲਗਾਤਾਰ ਜਿਹੜੇ ਉਹ ਸਾਹਮਣੇ ਆ ਰਹੇ ਨੇ। ਔਰ ਜੇਕਰ ਅਸੀਂ ਅੱਜ ਦੀ ਗੱਲ ਕਰੀਏ, ਪਿਛਲੇ ਦਿਨ ਵੀ ਜਿਹੜਾ ਸੀ ਉਹ 600 ਤੋਂ ਵੱਧ ਮਾਮਲੇ ਜਿਹੜੇ ਉਹ ਸਾਹਮਣੇ ਆਏ ਸੀ ਔਰ ਅੱਜ ਵੀ ਜੇਕਰ ਅਸੀਂ ਗੱਲ ਕਰੀਏ ਤਾਂ 661 ਮਾਮਲੇ ਜਿਹੜੇ ਉਹ ਕਰੋਨਾ ਵਾਇਰਸ ਤੇ ਇਸ ਵਕਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਸਾਹਮਣੇ ਆਏ ਨੇ। ਇਹਦੇ ਵਿੱਚ ਜੇਕਰ ਅਸੀਂ ਫਰੇਜ਼ਰ ਹੈਲਥ ਦੀ ਗੱਲ ਕਰੀਏ ਤਾਂ 237 ਨਵੇਂ ਮਾਮਲੇ ਸਾਹਮਣੇ ਆਏ ਨੇ। ਇਸ ਵਕਤ ਕੁੱਲ ਐਕਟਿਵ ਕੇਸ ਜਿਹੜੇ ਨੇ 1744 ਨੇ ਫਰੇਜ਼ਰ ਹੈਲਥ ਦੇ ਵਿੱਚ। ਵੈਨਕੂਵਰ ਕੋਸਟਲ ਹੈਲਥ ਵਿੱਚ 99 ਕੇਸ ਨਵੇਂ ਆਏ ਨੇ ਤੇ 1037 ਇੱਥੇ ਐਕਟਿਵ ਕੇਸ ਨੇ। ਇੰਟੀਰੀਅਰ ਹੈਲਥ ਰੀਜਨ ਦੇ ਵਿੱਚ 196 ਮਾਮਲੇ ਜਿਹੜੇ ਸਾਹਮਣੇ ਆਏ ਨੇ ਔਰ ਇੱਥੇ ਇਸ ਵਕਤ 1536 ਐਕਟਿਵ ਕੇਸ ਨੇ। ਨਾਰਥਰਨ ਹੈਲਥ ਰੀਜਨ ਤੋਂ 62 ਕੇਸ ਨਵੇਂ ਆਏ ਨੇ ਤੇ ਆਈਲੈਂਡ ਹੈਲਥ ਰੀਜਨ ਤੋਂ 66 ਕੇਸ ਜਿਹੜੇ ਉਹ ਨਵੇਂ ਆਏ ਨੇ। ਸੋ ਕੁੱਲ ਮਿਲਾ ਕੇ ਜੇਕਰ ਅਸੀਂ ਦੇਖੀਏ ਤਾਂ ਇਸ ਵਕਤ 5791 ਐਕਟਿਵ ਕੇਸ ਜਿਹੜੇ ਬ੍ਰਿਟਿਸ਼ ਕੋਲੰਬੀਆ ਵਿੱਚ ਨੇ ਔਰ ਬੀਤੇ 24 ਘੰਟਿਆਂ ਦੇ ਵਿੱਚ
7 ਲੋਕਾਂ ਦੀ ਮੌਤ ਜਿਹੜੀ ਆ ਉਹ ਹੋਈ ਆ ਇਸ ਵਕਤ ਕਰੋਨਾ ਵਾਇਰਸ ਦੇ ਨਾਲ, ਤੇ ਕੁੱਲ ਗਿਣਤੀ ਇਸ ਵਕਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1873 ਲੋਕਾਂ ਦੀ ਮੌਤ ਇਸ ਵਕਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ ਦੇ ਕਾਰਨ ਹੋ ਚੁੱਕੀ ਆ, ਜੋ ਕਿ ਇਸ ਵਕਤ ਦੀ ਤਾਜ਼ਾ ਰਿਪੋਰਟ ਆ। ਜੀ ਵੈਸੇ ਤਾਂ ਵੈਕਸੀਨੇਸ਼ਨ ਪਾਸਪੋਰਟ ਸਿਸਟਮ ਜਿਹੜਾ ਹੈ ਉਹ ਬਹੁਤ ਸਾਰੇ ਸੂਬਿਆਂ ਵੱਲੋਂ ਐਲਾਨ ਕੀਤਾ ਗਿਆ, ਇਸ ਦੀਆਂ ਡੀਟੇਲ ਵੀ ਸਾਂਝੀਆਂ ਕੀਤੀਆਂ ਗਈਆਂ ਨੇ, ਪਰ ਮਨਦੀਪ ਜੀ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਹੜੇ ਇਸ ਦੇ ਖਿਲਾਫ ਹਨ, ਜਿਹੜੇ ਨਹੀਂ ਚਾਹੁੰਦੇ ਕਿ ਅਜਿਹਾ ਸਬੂਤ ਜਿਹੜਾ ਹੈ ਉਹ ਮੰਗਿਆ ਜਾਣਾ ਚਾਹੀਦਾ ਹੈ, ਪਰ ਵੱਡੇ ਪੱਧਰ ਦੇ ਉੱਪਰ ਲੋਕ ਇਸ ਨੂੰ ਸਪੋਰਟ ਵੀ ਕਰ ਰਹੇ ਨੇ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ ਇਸ ਤੇ ਹਾਂ, ਕਿਉਂਕਿ ਦੋ ਓਪੀਨੀਅਨ ਖੁੱਲ ਕੇ ਜਿਹੜੇ ਉਹ ਸਾਹਮਣੇ ਆ ਰਹੇ ਨੇ, ਔਰ ਅਸੀਂ ਦੇਖਿਆ ਕਿ ਜਿਹੜੇ ਐਂਟੀ ਵੈਕਸੀਨ ਨੇ ਉਹ ਇਸ ਵਕਤ ਬਹੁਤ ਆਕਰਾਮਕ ਜਿਹੜੇ ਨਜ਼ਰ ਆ ਰਹੇ ਨੇ, ਗਿਣਤੀ ਉਹਨਾਂ ਦੀ ਘੱਟ ਆ, ਪਰ ਇਸ ਵਕਤ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਜਿਸ ਤਰੀਕੇ ਨਾਲ ਕੀਤੇ ਜਾ ਰਹੇ ਆ, ਸਿੱਧੇ ਤੌਰ ਤੇ ਅਸੀਂ ਦੇਖਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਟਾਰਗੇਟ ਕੀਤਾ ਜਾ ਰਿਹਾ। ਇੱਥੇ ਵੈਨਕੂਵਰ ਦੇ ਵਿੱਚ ਵੀ ਜਿਹੜੇ ਸੀ ਇੱਕ ਸਿੱਧੇ ਤੌਰ ਤੇ ਉਹਨਾਂ ਨੂੰ ਭੱਦੀ ਸ਼ਬਦਾਵਲੀ ਵਰਤੀ ਗਈ, ਜਿੱਥੇ ਜਸਟਿਨ ਟਰੂਡੋ ਇੱਕ ਵੱਡੇ ਮੀਡੀਆ ਅਦਾਰੇ ਨਾਲ ਇੰਟਰਵਿਊ ਕਰਨ ਗਏ ਸੀ, ਉਹਦੇ ਬਾਅਦ ਉਹਨਾਂ ਨੂੰ ਉੱਥੇ ਜਿਹੜਾ ਸੀ ਉਹਨਾਂ ਦੀ ਪਤਨੀ ਲਈ ਵੀ ਜਿਹੜੀ ਸੀ ਉਹ ਸ਼ਬਦਾਵਲੀ ਬੋਲੀ ਕਿ ਜਿਸ ਦਾ ਜਵਾਬ ਜਸਟਿਨ ਟਰੂਡੋ ਨੇ ਵੀ ਗੁੱਸੇ ਨਾਲ ਦਿੱਤਾ ਸੀਗਾ। ਔਰ ਲੰਡਨ ਦੇ ਵਿੱਚ ਕੀ ਹੋਇਆ ਸੀ ਉਹ ਸਾਰਿਆਂ ਨੂੰ ਪਤਾ ਸੀ, ਕਿਸ ਤਰੀਕੇ ਨਾਲ ਬੱਜਰੀ ਸਿੱਟੀ ਗਈ ਸੀ ਉਹਨਾਂ ਉੱਤੇ। ਸੋ ਇਹ ਲਗਾਤਾਰ ਜਿਹੜਾ ਵਾ ਮੈਨੂੰ ਲੱਗਦਾ ਕਿ ਸ਼ਾਇਦ ਜਦੋਂ ਤੱਕ ਕਰੋਨਾ ਵਾਇਰਸ ਚੱਲਦਾ ਰਹੇਗਾ, ਕਿਉਂਕਿ ਹਮੇਸ਼ਾ ਮਤਭੇਦ ਜਾਂ ਵਿਚਾਰਾਂ ਦਾ ਵਖਰੇਵਾਂ ਜ਼ਰੂਰ ਹੁੰਦਾ ਆ। ਸੋ ਇਸ ਵਕਤ ਹੋਰ ਵੀ ਬਲ ਇਸ ਕਰਕੇ ਮਿਲ ਰਿਹਾ ਕਿ ਕੈਨੇਡਾ ਦੀ ਇੱਕ ਸਿਆਸੀ ਪਾਰਟੀ ਵੀ ਖੁੱਲੇ ਤੌਰ ਤੇ ਸਮਰਥਨ ਕਰ ਰਹੀ ਹੈ ਇਸ ਵਕਤ, ਜਿਹਨੂੰ ਪੀਪੀਸੀ ਪਾਰਟੀ, ਪੀਪਲਸ ਪਾਰਟੀ ਆਫ ਕੈਨੇਡਾ ਕਹਿ ਰਹੇ ਆ, ਔਰ ਇਹ ਸਾਰੇ ਲੋਕ ਉੱਥੇ ਜਿਹੜੇ ਆ ਜਾ ਕੇ ਜੁੜੇ ਹੋਏ ਨੇ। ਸੋ ਦੇਖਦੇ ਆ ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਨਾਲ ਰੋਸ ਪ੍ਰਦਰਸ਼ਨ ਹੁੰਦੇ ਆ, ਪਰ ਲਗਾਤਾਰ ਅਪੀਲ ਹੁਣ ਇਹ ਕੀਤੀ ਜਾ ਰਹੀ ਹੈ ਕਿਉਂਕਿ ਟਾਰਗੇਟ ਜਿਹੜਾ ਵਾ ਉਹ ਡਾਕਟਰਸ ਨੂੰ ਕੀਤਾ ਜਾ ਰਿਹਾ, ਸਿਹਤ ਅਧਿਕਾਰੀਆਂ ਨੂੰ ਕੀਤਾ ਜਾ ਰਿਹਾ। ਸੋ ਇਸ ਕਰਕੇ ਉਹਨਾਂ ਦੀ ਸਪੋਰਟ, ਉਹਨਾਂ ਦਾ ਸਮਰਥਨ ਕਰਨ ਦੀ ਜਿਹੜੀ ਗੱਲ ਵੀ ਕੀਤੀ ਜਾ ਰਹੀ ਹੈ ਕਿ ਇਸ ਔਖੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਜਿਹੜਾ ਸਮਰਥਨ ਦੇਣਾ ਚਾਹੀਦਾ, ਕਿਉਂਕਿ ਉਹ ਵੀ ਔਖੇ ਸਮਿਆਂ ਦੇ ਵਿੱਚ ਜਿਹੜੀ ਹੈ ਡਿਊਟੀ ਇਸ ਵਕਤ ਨਿਭਾ ਰਹੇ ਨੇ। ਪਹਿਲਾਂ ਵੀ ਔਖਾ ਸਮਾਂ ਸੀ ਜਦੋਂ ਇਸ ਮਹਾਮਾਰੀ ਦਾ ਬਹੁਤ ਜ਼ਿਆਦਾ ਕਹਿਰ ਸੀ, ਵੈਕਸੀਨੇਸ਼ਨ ਵੀ ਸੀ, ਸਿਰਫ ਪਰਹੇਜ਼ ਕੀਤਾ ਜਾ ਸਕਦਾ ਸੀ। ਬਹੁਤ ਸਾਰੇ ਸਿਹਤ ਅਧਿਕਾਰੀਆਂ ਦੀ, ਡਾਕਟਰਾਂ ਦੀ, ਨਰਸਾਂ ਦੀ ਪੂਰੀ ਦੁਨੀਆ ਦੇ ਵਿੱਚ ਮੌਤ ਵੀ ਹੋਈ ਆ, ਔਰ ਜਿਨ੍ਹਾਂ ਨੂੰ ਸ਼ਹੀਦਾਂ ਵਜੋਂ ਦੇਖਿਆ ਜਾ ਰਿਹਾ। ਤੇ ਇਸ ਵਕਤ ਵੀ ਉਹ ਕਿਹਾ ਜਾ ਰਿਹਾ ਕਿ ਜੇਕਰ ਉਹਨਾਂ ਨੇ ਔਖੇ ਵੇਲੇ ਸਾਡੇ ਲਈ ਕੰਮ ਕੀਤਾ, ਤੇ ਹੁਣ ਜਦੋਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਔਖੇ ਸਮੇਂ ਵਿੱਚ ਨੇ, ਤਾਂ ਉਹਨਾਂ ਦਾ ਵੀ ਸਮਰਥਨ ਕਰਨਾ ਬਣਦਾ ਹੈ। ਜੀ ਬਿਲਕੁਲ। ਸੋ ਮਨਦੀਪ ਜੀ ਦੁਬਾਰਾ ਤੋਂ ਸਿਆਸਤ ਦੇ ਨਾਲ ਜੁੜੀ ਹੋਈ ਖਬਰ ਦੀ ਗੱਲ ਕਰਦੇ ਹਾਂ। ਇਲੈਕਸ਼ਨਸ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵਾਰ ਬਹੁਤ ਸਾਰੇ ਕੈਨੇਡੀਅਨਸ ਦੇ ਵੱਲੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਐਡਵਾਂਸ ਪੋਲਿੰਗ ਦੇ ਵਿੱਚ ਕੀਤਾ ਗਿਆ। ਇਸ ਦੀ ਜਾਣਕਾਰੀ ਜਿਹੜੀ ਉਹਨਾਂ ਨੇ ਦਿੱਤੀ ਹੈ ਉਸ ਦੇ ਵਿੱਚ ਦੇਖਿਆ ਗਿਆ ਕਿ 2019 ਦੇ ਮੁਕਾਬਲੇ ਰਿਕਾਰਡ ਟੁੱਟਾ ਹੈ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ, ਜੋ ਲੋਕ ਕਾਫੀ ਜ਼ਿਆਦਾ ਉਤਸ਼ਾਹਿਤ ਨੇ? ਜੀ ਬਿਲਕੁਲ, ਜੇਕਰ ਅਸੀਂ 2015 ਦੇ ਮੁਕਾਬਲੇ ਦੇਖੀਏ ਤਾਂ 2019 ਵਿੱਚ ਵੱਧ ਲੋਕਾਂ ਨੇ ਐਡਵਾਂਸ ਪੋਲਿੰਗ 'ਚ ਵੋਟਾਂ ਪਾਈਆਂ ਸੀ, ਔਰ ਜੇਕਰ ਅਸੀਂ ਐਤਕੀ ਦੇਖੀਏ ਤਾਂ 2019 ਤੋਂ ਕਿਤੇ ਵੱਧ ਜਿਹੜਾ ਵਾ ਅਸੀਂ ਕਹੀਏ ਤਾਂ 9 ਲੱਖ ਦੇ ਕਰੀਬ ਵੱਧ ਲੋਕਾਂ ਨੇ ਐਤਕੀ ਜਿਹੜਾ ਵਾ ਉਹ ਵੋਟਿੰਗ ਦਾ ਜਿਹੜਾ ਵਾ ਐਡਵਾਂਸ ਪੋਲਿੰਗ ਦਾ ਫਾਇਦਾ ਉਠਾਇਆ ਵਾ। ਔਰ ਇਹਦੇ ਵਿੱਚ ਪਿਛਲੇ ਚੋਣਾਂ ਦੇ ਵਿੱਚ 2 ਸਾਲ ਪਹਿਲਾਂ 48 ਲੱਖ ਦੇ ਕਰੀਬ 4.8 ਮਿਲੀਅਨ ਦੇ ਨੇੜੇ ਤੇੜੇ ਜਿਹੜੇ ਲੋਕ ਸੀ ਉਹਨਾਂ ਨੇ ਆਪਣੀ ਐਡਵਾਂਸ ਵੋਟ ਦਾ ਅਧਿਕਾਰ ਜਿਹੜਾ ਸੀ ਉਹ ਵਰਤਿਆ ਸੀਗਾ। ਐਤਕੀ ਇਹ ਅੰਕੜਾ ਜਿਹੜਾ ਸੀ 5.7 ਮਿਲੀਅਨ 57 ਲੱਖ ਤੇ 80 ਹਜ਼ਾਰ ਤੇ ਜਾ ਕੇ ਪਹੁੰਚ ਗਿਆ। ਸੋ ਇਹਦੇ ਨਾਲ ਹੀ ਵੱਡੀ ਗਿਣਤੀ 'ਚ ਜਿਹੜੇ ਬੈਲਟ ਪੇਪਰ ਆ ਉਹ ਵੀ ਲੋਕਾਂ ਨੇ ਆਰਡਰ ਕੀਤੇ ਨੇ। ਸੋ ਦੇਖਦੇ ਆ ਕਿ ਹੁਣ ਉਧਰੋਂ ਕਿਹੜਾ ਅੰਕੜਾ ਨਿਕਲ ਕੇ ਆਉਂਦਾ, ਉਹ ਵੀ ਸਾਨੂੰ 20 ਤਰੀਕ ਨੂੰ ਪਤਾ ਲੱਗੇਗਾ, ਜੋ ਉਸ ਤੋਂ ਬਾਅਦ ਹੋ ਸਕਦਾ, ਕਿਉਂਕਿ ਐਕਤੀ ਚੋਣਾਂ ਦੇ ਨਤੀਜੇ ਵੀ ਤਸਵੀਰ, ਹਾਲਾਂਕਿ ਉਸ ਦਿਨ ਇਲੈਕਸ਼ਨ ਨਾਈਟ ਵਾਲੀ ਰਾਤ ਜਿਹੜੀ ਆ ਉਹ ਸਾਫ਼ ਜ਼ਰੂਰ ਹੋ ਸਕਦੀ ਹੈ, ਪਰ ਪੂਰੇ ਨਤੀਜੇ ਜਿਹੜੇ ਉਹ ਸਾਨੂੰ ਕੁਝ ਦਿਨ ਬਾਅਦ ਮਿਲਣਗੇ, ਜਿਸ ਤਰੀਕੇ ਨਾਲ ਇੱਥੇ ਪ੍ਰੋਵਿੰਸ਼ੀਅਲ ਨਤੀਜੇ ਸਾਨੂੰ ਮਿਲੇ ਸੀਗੇ। ਸੋ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਵੱਡਾ ਉਤਸ਼ਾਹ ਲੋਕਾਂ 'ਚ ਦੇਖਣ ਨੂੰ ਮਿਲਿਆ। ਸੋ ਇਹ ਵੀ ਇੱਕ ਚੀਜ਼ ਜਿਹੜੀ ਆ ਬਹੁਤ ਵੱਡੀ ਇਸ ਵਕਤ ਡਿਪੈਂਡ ਕਰਦੀ ਆ ਕਿ ਮਿਨੋਰਟੀ ਗਵਰਨਮੈਂਟ ਬਣਦੀ ਆ ਜਾਂ ਮੈਜੋਰਟੀ ਗਵਰਨਮੈਂਟ ਬਣਦੀ ਆ, ਕਿ ਵੋਟ ਕਿੰਨੀ ਪੱਧਰ ਤੇ ਜਾ ਕੇ ਲੋਕ ਪਾਉਂਦੇ ਆ। ਫਿਲਹਾਲ ਤਾਂ ਜਿਹੜਾ ਉਤਸ਼ਾਹ ਆ ਉਹ ਦੇਖਣ ਨੂੰ ਮਿਲ ਰਿਹਾ, ਬਾਕੀ 20 ਤਰੀਕ ਨੂੰ ਪਤਾ ਲੱਗੇਗਾ ਕਿ ਕਿੰਨੀ ਕੁ ਵੋਟ ਜਿਹੜੀ ਆ ਟਰਨ ਆਊਟ ਹੁੰਦੀ ਹੈ। ਜੀ ਬਿਲਕੁਲ। ਸੋ ਪ੍ਰੋਗਰਾਮ ਕੈਨੇਡਾ ਨਾਓ ਦੇ ਵਿੱਚ ਅਸੀਂ ਕੈਨੇਡਾ ਦੀਆਂ तमाम ਖਬਰਾਂ ਦੇ ਉੱਪਰ ਵਿਚਾਰ ਚਰਚਾ ਕੀਤੀ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਦੇ ਨਾਲ। ਬਾਕੀ ਤਾਜ਼ੀਆਂ ਖਬਰਾਂ ਦੇ ਵਾਸਤੇ ਤੇ ਜਿਹੜੀ ਫੈਡਰਲ ਚੋਣਾਂ ਦੇ ਨਾਲ ਜੁੜੀ ਹੋਈ ਜਾਣਕਾਰੀ ਹੈ ਉਸ ਦੇ ਵਾਸਤੇ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ।